ਹੈਲੋ ਬੱਚੋ, ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10 ਸਾਇੰਸ ਦਾ ਚੈਪਟਰ ਨੰਬਰ 10 ਜਿਹਦਾ ਟਾਈਟਲ ਹੈ ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਤੇ ਅੱਜ ਅਸੀਂ ਇਸ ਚੈਪਟਰ ਦਾ 5th ਪਾਰਟ ਕਰਨਾ। ਪੰਜਾਬੀ ਵਿੱਚ ਅਧਿਆਇ 10 ਨੂੰ ਅਸੀਂ ਪ੍ਰਕਾਸ਼ ਪਰਾਵਰਤਨ ਤੇ ਅਪਵਰਤਨ ਵੀ ਕਹਿੰਦੇ ਹਾਂ। ਅੱਜ ਇਹ ਜਿਹੜੀ 5th ਪਾਰਟ ਦੀ ਵੀਡੀਓ ਹੈ ਇਸ ਚੈਪਟਰ ਦੀ, ਇਹਦੇ 'ਚ ਅਸੀਂ ਕਿਹੜਾ ਟੌਪਿਕ ਡਿਟੇਲ 'ਚ ਡਿਸਕਸ ਕਰਨ ਜਾ ਰਹੇ ਹਾਂ। ਟੌਪਿਕ ਦੱਸਣ ਤੋਂ ਪਹਿਲਾਂ ਆਓ ਇੱਕ ਪਿਕਚਰ ਦੇਖਦੇ ਹਾਂ। ਦੇਖੋ ਜੀ, ਇਸ ਪਿਕਚਰ 'ਚ ਕੀ ਨਜ਼ਰ ਆ ਰਿਹਾ। ਆ ਦੇਖੋ, ਆ ਇੱਕ ਪਾਣੀ ਦਾ ਗਲਾਸ ਆ, ਇਹਦੇ 'ਚ ਅਸੀਂ ਇੱਕ ਪੈਨਸਲ ਡਬੋਈ ਹੋਈ ਆ। ਤੇ ਇਸੇ ਤਰ੍ਹਾਂ ਹੀ ਆ ਇੱਕ ਹੋਰ ਪਾਣੀ ਦਾ ਗਲਾਸ ਆ, ਇਹਦੇ 'ਚ ਆਪਾਂ ਇੱਕ ਸਟ੍ਰੋ ਜਿਹੜਾ ਹੈਗਾ ਉਹ ਡਿਪ ਕੀਤਾ ਹੋਇਆ। ਹੁਣ ਦੇਖੋ, ਇੱਦਾਂ ਸੀ ਵੀ ਜਦੋਂ ਇਹ ਗਲਾਸ ਖਾਲੀ ਸੀ ਉਦੋਂ ਇਹਦੇ 'ਚ ਜਦੋਂ ਸਟ੍ਰੋ ਪਾਇਆ ਤੇ ਚੰਗਾ ਭਲਾ ਸਿੱਧਾ ਨਜ਼ਰ ਆ ਰਿਹਾ ਸੀ। ਇਸੇ ਤਰ੍ਹਾਂ ਹੀ ਇਸ ਗਲਾਸ 'ਚ ਜਦੋਂ ਪੈਨਸਲ ਆਪਾਂ ਰੱਖੀ ਖਾਲੀ ਗਲਾਸ 'ਚ ਤਾਂ ਪੈਨਸਲ ਬੜੀ ਸੋਹਣੀ ਨਜ਼ਰ ਆ ਰਹੀ ਸੀ। ਪਰ ਜਿੱਦਾਂ ਹੀ ਪਾਣੀ ਪਾਇਆ ਹੋਇਆ ਕੀ ਇੱਦਾਂ ਨਹੀਂ ਲੱਗਦਾ ਜਿੱਦਾਂ ਆਹ ਪੈਨਸਲ ਜਿਹੜੀ ਆ ਮੁੜੀ ਹੋਈ ਆ ਜਾਂ ਆਹ ਸਟ੍ਰੋ ਟੁੱਟਾ ਜਿਹਾ ਨਜ਼ਰ ਆ ਰਿਹਾ ਹੈ ਨਾ। ਕਿੱਥੋਂ? ਪਰ ਆਹ ਵਾਟਰ ਦੇ ਸਰਫੇਸ ਤੋਂ, ਯਾਨੀ ਕਿ ਪਾਣੀ ਦੀ ਜਿਹੜੀ ਸਤਹ ਹੈ ਜਿੱਥੇ ਪਾਣੀ ਤੇ ਹਵਾ ਮਿਲਦੇ ਪਏ, ਇਸ ਪੁਆਇੰਟ ਦੇ ਉੱਤੇ ਆਹ ਸਟ੍ਰੋ ਟੁੱਟਾ ਜਿਹਾ ਨਜ਼ਰ ਆ ਰਿਹਾ। ਇਸੇ ਤਰ੍ਹਾਂ ਹੀ ਇਸ ਗਲਾਸ 'ਚ ਵੀ ਜਿੱਥੇ ਪਾਣੀ ਦੀ ਸਤਹ ਹਵਾ ਨਾਲ ਮਿਲਦੀ ਪਈ ਆ, ਦੇਖੋ ਉਸ ਪੁਆਇੰਟ ਤੋਂ ਸਾਨੂੰ ਆ ਜਿਹੜੀ ਪੈਨਸਲ ਆ ਇਹ ਬੈਂਡ ਜੀ ਨਜ਼ਰ ਆ ਰਹੀ ਆ। ਇੱਦਾਂ ਕਿਉਂ ਨਜ਼ਰ ਆ ਰਿਹਾ? ਇਹਦੇ ਪਿੱਛੇ ਕੀ ਕਾਰਨ ਆ? ਇਹਦੇ ਪਿੱਛੇ ਜਿਹੜਾ ਕਾਰਨ ਆ ਉਹਨੂੰ ਅਸੀਂ ਕਹਿੰਦੇ ਆ ਪ੍ਰਕਾਸ਼ ਦਾ ਅਪਵਰਤਨ, ਯਾਨੀ ਕਿ ਰਿਫਰੈਕਸ਼ਨ ਆਫ ਲਾਈਟ। ਤੇ ਆਓ ਪ੍ਰਕਾਸ਼ ਦੇ ਅਪਵਰਤਨ ਨੂੰ ਅਸੀਂ ਡਿਟੇਲ 'ਚ ਡਿਸਕਸ ਕਰਦੇ ਹਾਂ। ਇੱਕ ਐਕਟੀਵਿਟੀ ਦੇ ਨਾਲ ਸਟਾਰਟ ਕਰਦੇ ਹਾਂ। ਐਕਟੀਵਿਟੀ ਕੀ ਆ? ਪਲੇਸ ਅ ਲਾਰਜ ਸ਼ੈਲੋ ਬਾਲ ਔਨ ਅ ਟੇਬਲ ਐਂਡ ਪੁੱਟ ਅ ਕੋਇਨ ਇਨ ਇਟ। ਇੱਕ ਟੇਬਲ ਦੇ ਉੱਤੇ ਨਾ ਇੱਕ ਕੋਈ ਬਹੁਤਾ ਡੂੰਘਾ ਨਹੀਂ, ਥੋੜਾ ਜਿੰਨਾ ਘੱਟ ਡੂੰਘਾ ਜਿਹਾ ਕੌਲਾ ਰੱਖੋ ਤੇ ਉਹਦੇ 'ਚ ਨਾ ਇੱਕ ਕੋਇਨ ਪਾ ਦਿਓ। ਹੁਣ ਹੌਲੀ ਹੌਲੀ ਨਾ ਤੁਸੀਂ ਉਸ ਕੋਲੇ ਤੋਂ ਜਾਂ ਉਸ ਕਟੋਰੇ ਤੋਂ ਦੂਰ ਮੂਵ ਕਰੋ, ਠੀਕ ਆ। ਓਨਾ ਕੁ ਦੂਰ ਮੂਵ ਕਰਨਾ ਜਿਹਦੇ ਨਾਲ ਕਿ ਜਿਹੜਾ ਕੋਇਨ ਆਪਾਂ ਪਾਇਆ ਹੋਇਆ ਕਟੋਰੇ ਦੇ ਅੰਦਰ ਉਹ ਸਾਡੀ ਨਜ਼ਰ ਤੋਂ ਹਟ ਜਾਵੇ, ਯਾਨੀ ਕਿ ਵੈਨ ਦਾ ਕੋਇਨ ਜਸਟ ਡਿਸਅਪੀਅਰਸ ਫਰੋਮ ਯੋਰ ਸਾਈਡ, ਹੈ ਨਾ, ਵੀ ਨਜ਼ਰ ਆਉਣਾ ਬੰਦ ਹੋ ਜਾਏ, ਬਸ ਉੱਥੇ ਖੜ ਜਾਓ। ਹੁਣ ਕਿਸੇ ਨੂੰ ਕਹੋ ਵੀ ਹੌਲੀ ਹੌਲੀ ਕੋਲੇ ਦੇ ਅੰਦਰ ਪਾਣੀ ਪਾਵੇ ਵਿਦਾਊਟ ਡਿਸਟਰਬਿੰਗ ਦਾ ਕੋਇਨ, ਹੈ ਨਾ, ਕੋਇਨ ਨਾ ਹਿੱਲੇ ਪਰ ਹੌਲੀ ਹੌਲੀ ਪਾਣੀ ਪਾਓ। ਕੀਪ ਲੁਕਿੰਗ ਫॉर द ਕੋਇਨ ਫਰੋਮ ਯੋਰ ਪੋਜੀਸ਼ਨ। ਦੇਖਦੇ ਰਹੋ ਭਲਾ ਕੋਇਨ ਵੱਲ ਨੂੰ ਨਜ਼ਰ ਆਉਂਦਾ ਕਿ ਨਹੀਂ, ਤੇ ਤੁਸੀਂ ਦੇਖੋਗੇ the coin becomes visible again on pouring water in the bowl, ਯਾਨੀ ਕਿ ਪਾਣੀ ਪਾਉਣ ਦੇ ਨਾਲ ਜਿਹੜਾ ਕੋਇਨ ਹੈਗਾ ਜਿਸ ਪੋਜੀਸ਼ਨ ਤੇ ਤੁਹਾਨੂੰ ਨਜ਼ਰ ਨਹੀਂ ਸੀ ਆ ਰਿਹਾ ਉੱਤੇ ਦੁਬਾਰਾ ਵਿਖਣਾ ਸ਼ੁਰੂ ਹੋ ਗਿਆ। ਇਹ ਕਿਉਂ ਹੋ ਗਿਆ? ਇਹ ਪ੍ਰਕਾਸ਼ ਦੇ ਅਪਵਰਤਨ ਕਰਕੇ ਹੋਇਆ। ਆਪਾਂ ਇਦਾਂ ਕਰਦੇ ਇੱਕ ਰਫ ਜੀ ਡਾਇਗਰਾਮ ਬਣਾਉਂਦੇ ਆ, ਉਹਦੇ ਨਾਲ ਥੋੜੀ ਜਿਹੀ ਹੋਰ ਕਲੈਰਿਟੀ ਹੋ ਜਾਊਗੀ। ਸਮਝਣ ਦਾ ਮਜ਼ਾ ਤੇ ਤੁਹਾਨੂੰ ਪਤਾ ਫਿਰ ਡਾਇਗਰਾਮ ਨਾਲ ਹੀ ਹੁੰਦਾ। ਥਿਓਰੈਟੀਕਲ ਗੱਲਾਂ ਤਾਂ ਐਵੇਂ ਬੋਰਿੰਗ ਜਿਹੀਆਂ ਲੱਗਦੀਆਂ, ਡਾਇਗਰਾਮ ਦੇ ਨਾਲ ਹੀ ਅਸਲੀ ਕਨਸੈਪਟ ਕਲੀਅਰ ਹੁੰਦੇ ਆ। ਅਸੀਂ ਆ ਇੱਕ ਕਟੋਰਾ ਬਣਾ ਲੈਂਦੇ ਆ ਤੇ ਇਸ ਕਟੋਰੇ ਦੇ ਵਿੱਚ ਆ ਹੋ ਗਿਆ ਕੋਇਨ, ਠੀਕ ਹੈ। ਹੁਣ ਇਸ ਕੋਇਨ ਦੇ ਨਾਲ ਰਿਫਲੈਕਟ ਹੋ ਕੇ ਜਿਹੜੀਆਂ ਲਾਈਟ ਰੇਜ਼ ਨੇ ਉਹ ਅਲੱਗ-ਅਲੱਗ ਡਾਇਰੈਕਸ਼ਨਸ ਦੇ ਵਿੱਚ ਜਾ ਰਹੀਆਂ ਨੇ, ਲੇਕਿਨ ਕੋਈ ਵੀ ਜਿਹੜੀ ਲਾਈਟ ਰੇ ਹੈ ਉਹ ਅੱਖ ਤੱਕ ਨਹੀਂ ਪਹੁੰਚ ਰਹੀ, ਜਿਹਦੇ ਕਰਕੇ ਕਿ ਇਹ ਜਿਹੜਾ ਕੋਇਨ ਆ ਉਹ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਜਿਹੜਾ ਓਬਜ਼ਰਵਰ ਆ ਉਹਦੇ ਤਾਂ ਅੱਖੋਂ ਓਹਲੇ ਆ ਨਾ ਕੋਇਨ, ਇਸ ਕਰਕੇ ਦਿਖਾਈ ਨਹੀਂ ਦੇ ਰਿਹਾ। ਹੁਣ ਅਸੀਂ ਇਸ ਕਟੋਰੇ ਦੇ ਵਿੱਚ ਪਾਣੀ ਪਾ ਦੇਣਾ, ਠੀਕ ਆ। ਸੋ ਇਹਦੇ ਵਿੱਚ ਅਸੀਂ ਪਾਤਾ ਪਾਣੀ ਤੇ ਹੁਣ ਜਿਹੜੀਆਂ ਇਹ ਰੇਜ਼ ਆਫ ਲਾਈਟ ਰਿਫਲੈਕਟ ਕਰਕੇ ਕੋਇਨ ਤੋਂ ਆ ਰਹੀਆਂ, ਇਹਨਾਂ ਨੇ ਹੁਣ ਪਾਣੀ ਤੋਂ ਨਿਕਲ ਕੇ ਤੇ ਫੇਰ ਹਵਾ 'ਚ ਜਾਣਾ। ਤੇ ਇਹ ਜਦੋਂ ਪਾਣੀ ਤੋਂ ਨਿਕਲ ਕੇ ਹਵਾ 'ਚ ਜਾਂਦੀਆਂ, ਜਦੋਂ ਮੀਡੀਅਮ ਬਦਲਦਾ ਤਾਂ ਇਹ ਸਿੱਧੀਆਂ ਜਾਣ ਦੀ ਬਜਾਏ ਇਹ ਆਪਣਾ ਪਾਥ ਬਦਲ ਲੈਂਦੀਆਂ ਤੇ ਬੈਂਡ ਹੋ ਜਾਂਦੀਆਂ। ਜਦੋਂ ਇਹ ਬੈਂਡ ਹੁੰਦੀਆਂ ਨੇ ਤਾਂ ਫਿਰ ਜਿੱਥੇ ਜਾ ਕੇ ਇਹ ਮਿਲਦੀਆਂ ਉੱਥੇ ਕਰਕੇ ਸਾਨੂੰ ਜਿਹੜਾ ਕੋਇਨ ਆ ਉਹ ਨਜ਼ਰ ਆਉਂਦਾ। ਤੇ ਜੇ ਆਪਾਂ ਗੱਲ ਕਰੀਏ ਇਹਦੀ ਐਕਚੁਅਲ ਡੈਪਥ ਤੋਂ, ਇਹਦੀ ਐਕਚੁਅਲ ਡੂੰਘਾਈ ਤੋਂ, ਤਾਂ ਇਹ ਆਪਣੀ ਐਕਚੁਅਲ ਡੂੰਘਾਈ ਤੋਂ ਥੋੜ੍ਹਾ ਜਿੰਨਾ ਉੱਠਿਆ ਹੋਇਆ ਯਾਨੀ ਕਿ ਰੇਜ਼ਡ ਨਜ਼ਰ ਆਉਂਦਾ। ਤੇ ਨਾਲ ਹੀ ਆਪਣੀ ਜਿਹੜੀ ਐਕਚੁਅਲ ਪੋਜੀਸ਼ਨ ਆ ਇਹਦੇ ਤੋਂ ਲੇਟਰਲੀ ਯਾਨੀ ਕਿ ਸਾਈਡ ਤੇ ਡਿਸਪਲੇਸਡ ਨਜ਼ਰ ਆਉਂਦਾ। ਸੋ ਇੱਦਾਂ ਦੀ ਜਿਹੜੀ ਡਿਸਪਲੇਸਮੈਂਟ ਹੁੰਦੀ ਹੈ ਉਹਨੂੰ ਅਸੀਂ ਲੇਟਰਲ ਸ਼ਿਫਟ ਵੀ ਕਹਿ ਦਿੰਦੇ ਹਾਂ। ਵੈਸੇ ਰਫ ਜੀ ਆ ਡਾਇਗਰਾਮ, ਬਹੁਤੀ ਨੀਟ ਤਾਂ ਨਹੀਂ ਬਣੀ, ਪਰ ਚਲੋ ਗੱਲ ਤਾਂ ਸਮਝ ਆ ਗਈ ਨਾ। ਸੋ ਇਹ ਜਿਹੜਾ ਪ੍ਰੋਸੈਸ ਹੁੰਦਾ ਵੀ ਜਦੋਂ ਲਾਈਟ ਆ ਉਹਨੇ ਪਾਣੀ ਤੋਂ ਹਵਾ ਵੱਲ ਨੂੰ ਯਾਨੀ ਕਿ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਟਰੈਵਲ ਕੀਤਾ ਤਾਂ ਆਪਣਾ ਰਸਤਾ ਬਦਲ ਲਿਆ, ਬੈਂਡ ਕਰ ਗਈ ਹੈ ਨਾ ਲਾਈਟ, ਤਾਂ ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਰਿਫਰੈਕਸ਼ਨ। ਆਓ ਹੁਣ ਅਸੀਂ ਇਸ ਡਾਇਗਰਾਮ ਦੀ ਹੈਲਪ ਨਾਲ ਹੋਰ ਵੀ ਡਿਟੇਲ 'ਚ ਰਿਫਰੈਕਸ਼ਨ ਆਫ ਲਾਈਟ ਜਾਂ ਪ੍ਰਕਾਸ਼ ਦੇ ਅਪਵਰਤਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਕੋਲ ਦੋ ਮੀਡੀਅਮ ਨੇ, ਇੱਕ ਮੀਡੀਅਮ ਹੈਗਾ 에ਅਰ ਤੇ ਦੂਜਾ ਮੀਡੀਅਮ ਹੈ ਗਲਾਸ। ਆਪਣੇ ਕੋਲ ਇੱਕ ਗਲਾਸ ਦੀ ਸਲੈਬ ਆ ਯਾਨੀ ਕਿ ਕੱਚ ਦੀ ਸਲੈਬ ਆ। ਸੋ ਦੋ ਮੀਡੀਅਮ ਹੋ ਗਏ ਨਾ। ਰਿਫਰੈਕਸ਼ਨ ਦੇ ਲਈ ਮੀਡੀਅਮ ਦੋ ਹੋਣੇ ਜ਼ਰੂਰੀ ਆ।
ਸੋ ਹੋਇਆ ਕੀ ਆ ਵੀ ਆ ਇੱਕ ਲਾਈਟ ਦੀ ਰੇ ਯਾਨੀ ਕਿ ਪ੍ਰਕਾਸ਼ ਦੀ ਕਿਰਨ ਆ ਰਹੀ ਹੈ EF ਤੇ ਆ ਜਿਹੜਾ 에ਅਰ ਔਰ ਗਲਾਸ ਨੂੰ ਸੈਪਰੇਟ ਕਰਨ ਵਾਲੀ ਬਾਉਂਡਰੀ ਆ ਉਹ ਆ ਬਾਉਂਡਰੀ ਆ ਜਿਹਨੂੰ ਅਸੀਂ AB ਕਹਿ ਸਕਦੇ ਹਾਂ। ਠੀਕ ਆ, ਆ ਬਾਉਂਡਰੀ ਹੋ ਗਈ ਜਿਹਦੇ ਨਾਲ ਕੀ ਸੈਪਰੇਟ ਹੋ ਰਿਹਾ 에ਅਰ ਐਂਡ ਗਲਾਸ ਫਰੋਮ ਈਚ ਅਦਰ। ਠੀਕ ਹੈ, ਸੋ ਇਸ ਬਾਉਂਡਰੀ ਦੇ ਉੱਤੇ ਆ ਜਿਹੜੀ EF ਰੇ ਆਫ ਲਾਈਟ ਆ, ਇਨਸੀਡੈਂਟ ਰੇ ਆਫ ਲਾਈਟ, ਇਹ ਆਈ ਤੇ ਇਸ ਪੁਆਇੰਟ O ਦੇ ਉੱਤੇ ਆ ਕੇ ਇਹਨੇ ਸਟ੍ਰਾਈਕ ਕੀਤਾ। ਠੀਕ ਹੈ, ਹੁਣ ਇਹਨੇ ਜਾਣਾ ਕਿੱਧਰ ਨੂੰ ਸੀਗਾ? ਆ ਜਿਹੜੀ ਆ ਡਾਟਡ ਲਾਈਨ ਆਪਾਂ ਬਣਾਈ ਆ ਇੱਥੇ ਹੈ ਨਾ, O ਤੋਂ G ਵੱਲ ਨੂੰ ਇਹਨੇ ਜਾਣਾ ਸੀਗਾ। ਲੇਕਿਨ ਇਹ ਜਿਹੜੀ ਲਾਈਟ ਦੀ ਰੇ ਹੈਗੀ ਆ ਇਹ OG ਵੱਲ ਨੂੰ ਨਹੀਂ ਗਈ ਬਲਕਿ OH ਵੱਲ ਦਾ ਰਸਤਾ ਲੈ ਲਿਆ। ਠੀਕ ਆ, ਆ ਜਿਹੜੀ ਬਾਉਂਡਰੀ ਆ AB ਇਹਦੇ ਉੱਤੇ ਆਪਾਂ 90 ਡਿਗਰੀਜ਼ ਦੇ ਉੱਤੇ ਇੱਕ ਪਰਪੈਂਡੀਕੂਲਰ ਡਰਾ ਕੀਤਾ ਜਿਹਨੂੰ ਅਸੀਂ ਲੰਬ ਵੀ ਕਹਿ ਦਿੰਨੇ ਆ ਹਨਾ, ਤੇ O ਤੋਂ ਉੱਪਰ ਵਾਲੇ ਪਾਸੇ N ਤੇ O ਤੋਂ ਥੱਲੇ ਵਾਲੇ ਪਾਸੇ N ਡੈਸ਼। ਸੋ ਇਹ ਲੰਬ ਹੋ ਗਿਆ NON ਡੈਸ਼। ਜਿਹੜੀ ਆ ਇਨਸੀਡੈਂਟ ਰੇ ਆਫ ਲਾਈਟ ਆਈ ਇਹ ਕਿੱਧਰ ਨੂੰ ਬੈਂਡ ਕਰ ਗਈ? ਇਹ ਟੁਵਰਡਸ ਦਾ ਨਾਰਮਲ ਯਾਨੀ ਕਿ ਲੰਬ ਵੱਲ ਨੂੰ ਬੈਂਡ ਕਰ ਗਈ, ਰਸਤਾ ਬਦਲ ਲਿਆ। ਸੋ ਇਸੇ ਪ੍ਰੋਸੈਸ ਨੂੰ ਅਸੀਂ ਰਿਫਰੈਕਸ਼ਨ ਆਫ ਲਾਈਟ ਜਾਂ ਪ੍ਰਕਾਸ਼ ਦਾ ਅਪਵਰਤਨ ਕਹਿੰਦੇ ਆ। So refraction of light ਕੀ ਆ? The phenomena of change in the path of light on going from one medium to another. So ਇੱਕ ਮੀਡੀਅਮ ਤੋਂ ਦੂਜੇ ਮੀਡੀਅਮ 'ਚ ਜਾਣ ਤੇ ਜਿਹੜਾ ਲਾਈਟ ਨੇ ਆਪਣਾ ਰਸਤਾ ਬਦਲ ਲਿਆ, ਬਸ ਉਹਨੂੰ ਹੀ ਅਸੀਂ ਰਿਫਰੈਕਸ਼ਨ ਕਹਿੰਦੇ ਆ। ਲਾਈਟ ਬੈਂਡਸ ਫਰੋਮ ਇਟਸ ਓਰੀਜਨਲ ਪਾਥ, ਦੇਖੋ ਆਪਣੇ ਅਸਲੀ ਰਸਤੇ ਤੋਂ ਇਹ ਬੈਂਡ ਕਰ ਜਾਂਦੀ ਆ, ਮੁੜ ਜਾਂਦੀ ਆ ਔਨ ਐਂਟਰਿੰਗ ਅਨਦਰ ਮੀਡੀਅਮ। ਹੁਣ ਇੱਦਾਂ ਹੀ ਤਾਂ ਇੱਥੇ ਹੋਇਆ, ਜਾਣਾ ਸੀ O ਤੋਂ G ਵੱਲ ਨੂੰ ਲੇਕਿਨ ਨਹੀਂ ਗਈ, O ਤੋਂ H ਵੱਲ ਨੂੰ ਚਲੀ ਗਈ, ਬੈਂਡ ਹੋ ਗਈ। ਠੀਕ ਹੈ, ਫਿਰ ਆ ਜਿਹੜੀ ਰਿਫਰੈਕਸ਼ਨ ਹੁੰਦੀ ਕਿੱਥੇ ਆ? ਇਹ ਹੁੰਦੀ ਆ ਜਿੱਥੇ ਵੀ ਬਾਉਂਡਰੀ ਹੁੰਦੀ ਦੋ ਮੀਡੀਅਮ ਦੀ, ਯਾਨੀ ਕਿ 에ਅਰ ਤੇ ਗਲਾਸ ਦੀ। ਆ ਬਾਉਂਡਰੀ ਹੋ ਗਈ AB। ਸੋ AB ਦੇ ਉੱਤੇ ਕੋਈ ਵੀ ਪੁਆਇੰਟ, ਜਿੱਦਾਂ ਇੱਥੇ ਆਪਾਂ ਪੁਆਇੰਟ O ਲਿਆ, ਇੱਥੇ ਰਿਫਰੈਕਸ਼ਨ ਹੋਊਗੀ। ਠੀਕ ਹੈ ਜੀ, ਸੋ ਰਿਫਰੈਕਸ਼ਨ ਆਫ ਲਾਈਟ ਅਕਰ ਐਟ ਬਾਉਂਡਰੀ ਆਫ ਟੂ ਮੀਡੀਆ ਔਰ angle of refraction is not equal to angle of incidence। ਦੇਖੋ ਰਿਫਲੈਕਸ਼ਨ ਦੇ ਕੇਸ 'ਚ ਆਪਾਂ ਕਹਿੰਦੇ ਸੀਗੇ ਕਿ angle of reflection angle of incidence ਦੇ ਬਰਾਬਰ ਹੁੰਦਾ, ਲੇਕਿਨ ਰਿਫਰੈਕਸ਼ਨ ਦੇ ਕੇਸ 'ਚ ਯਾਨੀ ਕਿ ਪ੍ਰਕਾਸ਼ ਦੇ ਅਪਵਰਤਨ ਦੇ ਕੇਸ 'ਚ ਇਦਾਂ ਨਹੀਂ ਹੁੰਦਾ। angle of refraction angle of incidence ਦੇ ਬਰਾਬਰ ਨਹੀਂ ਹੁੰਦਾ। ਔਰ ਇਹਦਾ ਕਾਰਨ ਕੀ ਆ? ਕਾਰਨ ਇਹ ਆ ਕਿ ਲਾਈਟ ਟਰੈਵਲਸ ਵਿਦ ਡਿਫਰੈਂਟ ਸਪੀਡ ਇਨ ਡਿਫਰੈਂਟ ਮੀਡੀਆ, ਯਾਨੀ ਕਿ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਮੀਡੀਅਮ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਉਹਦੀ ਜਿਹੜੀ ਸਪੀਡ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਦੇਖੋ ਜਿਹੜੇ ਮੀਡੀਅਮ ਆਪਟੀਕਲੀ ਜ਼ਿਆਦਾ ਸੰਘਣੇ ਹੋਣਗੇ ਉਹਨਾਂ ਦੇ ਵਿੱਚ ਲਾਈਟ ਦੀ ਸਪੀਡ ਜਿਹੜੀ ਆ ਉਹ ਘੱਟ ਹੋਊਗੀ, ਤੇ ਜਿਹੜੇ ਆਪਟੀਕਲੀ ਥੋੜੇ ਜਿਹੇ ਵਿਰਲੇ ਹੋਣਗੇ ਉਹਨਾਂ ਦੇ ਵਿੱਚ ਲਾਈਟ ਦੀ ਸਪੀਡ ਜਿਹੜੀ ਆ ਉਹ ਜ਼ਿਆਦਾ ਹੋਊਗੀ। ਆਪਾਂ ਇਦਾਂ ਕਰਦੇ, ਇਹਦੀ ਵੀ ਇੱਕ ਐਗਜ਼ਾਮਪਲ ਲੈ ਲੈਂਦੇ ਆ। ਭਾਵੇਂ ਐਗਜ਼ਾਮਪਲਾਂ ਇੰਨੀਆਂ ਵਧੀਆ ਨਾ ਵੀ ਹੋਣ ਨਾ, ਲੇਕਿਨ ਹਾਂ ਵੀ ਕਨਸੈਪਟ ਜ਼ਰੂਰ ਕਲੀਅਰ ਕਰ ਦਿੰਦੀਆਂ ਵੀ ਬੱਚੇ ਜਿਹੜੇ ਨੇ ਨਾ ਥਿਓਰੈਟੀਕਲ ਕਨਸੈਪਟ ਦੇ ਨਾਲ ਇਹੋ ਜਿਹੀਆਂ ਐਗਜ਼ਾਮਪਲਾਂ ਨੂੰ ਰਿਲੇਟ ਜ਼ਰੂਰ ਕਰਦੇ ਆ, ਥੋੜਾ ਜਿਹਾ ਸਮਝਣਾ ਸੌਖਾ ਹੋ ਜਾਂਦਾ। ਚਲੋ ਫਿਰ ਆਪਾਂ ਐਗਜ਼ਾਮਪਲ ਲੈ ਹੀ ਲੈਂਦੇ ਆ। ਮੰਨ ਲਓ ਵੀ ਆਪਣੇ ਕੋਲ ਆ ਇੱਕ ਸੜਕ ਆ, ਠੀਕ ਆ, ਸੜਕ ਸਮਝ ਲਓ ਵੀ ਸਾਡੇ ਲਈ ਮੀਡੀਅਮ ਹੋ ਗਿਆ ਕੋਈ, ਹਨਾ, ਤੇ ਮੀਡੀਅਮ ਦੇ ਉੱਤੇ ਆਪਾਂ ਇੱਕ ਬਾਈਕ ਜਿਹੜੀ ਆ ਨਾ ਉਹ ਚਲਾਉਣੀ ਆ। ਹੁਣ ਮੀਡੀਅਮ ਕਈ ਤਰ੍ਹਾਂ ਦੇ ਹੋਣਗੇ, ਇੱਕ ਤਾਂ ਹੋਣਗੇ ਜਿਹੜੇ ਵਿਰਲੇ ਜੀ ਘਣਤਾ ਵਾਲੇ, ਹਨਾ। ਜੇ ਐਦਾਂ ਦਾ ਮੀਡੀਅਮ ਹੋਊਗਾ ਤੇ ਕੀ ਹੋਊਗਾ? ਬਾਈਕ ਬੜੀ ਸਪੀਡ ਨਾਲ ਚਲਾਈ ਜਾ ਸਕਦੀ ਆ, ਯਾਨੀ ਕਿ ਸਪੀਡ ਜਿਹੜੀ ਆ ਉਹ ਕੀ ਹੋ ਜਾਊਗੀ? ਉਹ ਜ਼ਿਆਦਾ ਹੋ ਜਾਊਗੀ। ਯਾਨੀ ਕਿ ਜਿੱਦਾਂ ਘੱਟ ਭੀੜ ਭਾੜ ਵਾਲੀ ਸੜਕ ਹੋਵੇ, ਹਨਾ, ਘੱਟ ਸੰਘਣੀ ਘੱਟ ਭੀੜ ਭਾੜ ਵਾਲੀ ਜਿਹੜੀ ਸੜਕ ਆ ਉਹਦੇ ਤੇ ਕੀ ਆ? ਬਾਈਕ ਦੀ ਸਪੀਡ ਜ਼ਿਆਦਾ। ਉਸੇ ਤਰ੍ਹਾਂ ਹੀ ਲਾਈਟ ਜਿਹੜੀ ਆ ਉਹ ਘੱਟ ਘਣਤਾ ਵਾਲੇ ਜਿਹੜੇ ਮੀਡੀਅਮ ਹੁੰਦੇ ਨੇ, ਆਪਟੀਕਲੀ ਰੇਅਰ ਮੀਡੀਅਮ ਹੁੰਦੇ, ਉਹਦੇ ਵਿੱਚ ਜ਼ਿਆਦਾ ਸਪੀਡ ਨਾਲ ਟਰੈਵਲ ਕਰੂਗੀ। ਲੇਕਿਨ ਹੁਣ ਦੂਜੇ ਪਾਸੇ ਦੇਖੋ ਵੀ ਜਿਹੜੀ ਆ ਸੜਕ ਆ ਇਹਦੇ ਤੇ ਜੇ ਹੁਣ ਭੀੜ ਵੱਧ ਜਾਵੇ ਫੇਰ, ਯਾਨੀ ਕਿ ਆ ਇਹੋ ਜਿਹਾ ਮੀਡੀਅਮ ਹੋ ਗਿਆ ਜਿਹਦੇ ਵਿੱਚ ਸੰਘਣਾ ਜ਼ਿਆਦਾ ਵਾ, ਠੀਕ ਆ, ਕੀ ਹੋ ਜਾਊਗਾ? ਆ ਜਿਹੜੀ ਬਾਈਕ ਆ ਉਹਦੀ ਸਪੀਡ ਆਪਣੇ ਆਪ ਘੱਟ ਜਾਊਗੀ ਕਿਉਂਕਿ ਭੀੜ ਜ਼ਿਆਦਾ। ਇਸੇ ਤਰ੍ਹਾਂ ਹੀ ਜਿਹੜੀ ਆਪਟੀਕਲੀ ਜ਼ਿਆਦਾ ਸੰਘਣੇ ਮੀਡੀਅਮ ਹੁੰਦੇ ਨੇ ਉਹਦੇ ਵਿੱਚ ਲਾਈਟ ਦੀ ਸਪੀਡ ਵੀ ਜਿਹੜੀ ਹੁੰਦੀ ਆ ਉਹ ਕੀ ਹੋ ਜਾਂਦੀ ਆ? ਘੱਟ ਜਾਂਦੀ ਆ, ਉਹਦੀ ਸਪੀਡ ਲੈਸ ਹੋ ਜਾਂਦੀ ਆ। ਸੋ ਆ ਸੜਕ ਵਾਲੀ ਐਗਜ਼ਾਮਪਲ ਭਾਵੇਂ ਕੋਈ ਏਡੀ ਪਰਫੈਕਟ ਐਗਜ਼ਾਮਪਲ ਨਹੀਂ ਭੀੜ ਵਾਲੀ, ਪਰ ਫਿਰ ਵੀ ਚਲੋ ਤੁਹਾਨੂੰ ਸਮਝ ਤੇ ਆ ਗਿਆ ਨਾ ਵੀ ਜਿਹੜੀ ਲਾਈਟ ਹੈ ਉਹਦੀ ਸਪੀਡ ਆਪਟੀਕਲੀ ਡੈਂਸ ਤੇ ਰੇਅਰ ਮੀਡੀਅਮ ਦੇ ਵਿੱਚ ਕਿਵੇਂ ਡਿਫਰ ਕਰਦੀ ਆ। ਜੇ ਹੁਣ ਅਸੀਂ ਵੇਖੀਏ ਨਾ ਵੀ ਲਾਈਟ ਦੀ ਜਿਹੜੀ ਸਪੀਡ ਆ ਉਹ ਵੈਕਿਊਮ 'ਚ ਜਾਂ ਹਵਾ 'ਚ ਕਿੰਨੀ ਹੈ, ਕਿਉਂਕਿ ਵੈਕਿਊਮ ਤੇ 에ਅਰ 'ਚ ਕੋਈ ਬਹੁਤਾ ਫਰਕ ਨਹੀਂ ਸਪੀਡ ਦਾ ਪੈਂਦਾ, ਆਪਾਂ ਇੱਕੋ ਜਿਹੀ ਮੰਨਦੇ ਹਾਂ। ਤਾਂ 3.08 ਜਾਂ 3 ਮੰਨ ਲਓ, 3 × 10 ਰੇਜ਼ ਟੂ ਪਾਵਰ 8 ਮੀਟਰ ਪਰ ਸੈਕਿੰਡ ਜਿਹੜੀ ਆ ਇਹਦੀ ਸਪੀਡ ਹੁੰਦੀ ਆ। ਸੋ ਵੈਕਿਊਮ ਜਾਂ 에ਅਰ ਦੇ ਵਿੱਚ 3 × 10 ਰੇਜ਼ ਟੂ ਪਾਵਰ 8 ਮੀਟਰ ਪਰ ਸੈਕਿੰਡ ਸਪੀਡ ਹੁੰਦੀ ਆ। ਜੇ ਅਸੀਂ ਪਾਣੀ ਦੀ ਗੱਲ ਕਰੀਏ ਵੀ ਪਾਣੀ ਦੇ ਅੰਦਰ ਸਪੀਡ ਕਿੰਨੀ ਹੁੰਦੀ ਲਾਈਟ ਦੀ, ਤਾਂ ਇਹ ਹੁੰਦੀ 2.25 × 10 ਰੇਜ਼ ਟੂ ਪਾਵਰ 8 ਮੀਟਰ
ਪਰ ਸੈਕਿੰਡ। ਇਸੇ ਤਰ੍ਹਾਂ ਹੀ ਜੇ ਅਸੀਂ ਦੇਖੀਏ ਵੀ ਗਲਾਸ ਦੇ ਅੰਦਰ ਕਿੰਨੀ ਸਪੀਡ ਆ, ਤੇ ਲਾਈਟ ਦੀ ਸਪੀਡ ਜਿਹੜੀ ਗਲਾਸ 'ਚ ਹੈ 2 × 10⁸ ਮੀਟਰ ਪਰ ਸੈਕਿੰਡ ਹੁੰਦੀ ਹੈ। ਸੋ ਗੱਲ ਇਹ ਆ ਵੀ ਜਿਹੜੀ ਲਾਈਟ ਆ ਉਹ ਅਲੱਗ-ਅਲੱਗ ਮੀਡੀਅਮ ਦੇ ਵਿੱਚ ਅਲੱਗ-ਅਲੱਗ ਸਪੀਡ ਨਾਲ ਚੱਲਦੀ ਆ, ਇਸੇ ਕਰਕੇ ਹੀ ਰਿਫਰੈਕਟ ਹੁੰਦੀ ਹੈ ਜਦੋਂ ਵੀ ਮੀਡੀਅਮ ਚੇਂਜ ਹੁੰਦਾ। ਹੁਣ ਜਿਹੜੀ ਡਾਇਗਰਾਮ ਆ ਇਹ ਵੀ ਆਪਾਂ ਨੂੰ ਸਮਝ ਆਉਣੀ ਚਾਹੀਦੀ ਨਾ, ਕਿਉਂ ਆਪਾਂ ਐਗਜ਼ਾਮ 'ਚ ਇਹ ਡਾਇਗਰਾਮ ਜਿਹੜੀ ਆਪਾਂ ਨੂੰ ਬਣਾਉਣੀ ਵੀ ਪੈ ਸਕਦੀ ਹੈ। ਸੋ ਡਾਇਗਰਾਮ ਦੀ ਵੀ ਡਿਟੇਲਿੰਗ ਜਿਹੜੀ ਹੈ ਥੋੜੀ ਜਿਹੀ ਡਿਸਕਸ ਕਰ ਲੈਂਦੇ ਆ। ਸੋ ਇਸ ਡਾਇਗਰਾਮ 'ਚ ਆਪਾਂ 2 ਮੀਡੀਅਮ ਲਏ, ਮੀਡੀਅਮ 1 ਆਪਾਂ 에ਅਰ ਲੈ ਲਿਆ ਤੇ ਮੀਡੀਅਮ 2 ਆਪਾਂ ਗਲਾਸ ਲੈ ਲਿਆ, ਠੀਕ ਹੈ। ਆ 에ਅਰ ਆ ਗਲਾਸ ਦੀ ਸਲੈਬ ਆ, ਇਹਦੇ 'ਚ ਜਿਹੜੀ ਬਾਉਂਡਰੀ ਆ ਉਹਦੇ 'ਚ ਆਪਾਂ ਇੱਕ ਲਾਈਨ ਲਗਾਈ ਆ AB। ਸੋ AB ਉਹ ਬਾਉਂਡਰੀ ਹੋ ਗਈ ਜਿਹੜੀ ਕਿ ਮੀਡੀਅਮ 1 ਨੂੰ ਮੀਡੀਅਮ 2 ਤੋਂ ਸੈਪਰੇਟ ਕਰਦੀ ਆ। ਸੋ ਹੁੰਦਾ ਕੀ ਪਿਆ ਵੀ ਇੱਕ ਰੇ ਆਫ ਲਾਈਟ ਜਿਹੜੀ ਆ ਉਹ ਮੀਡੀਅਮ 1 'ਚ ਯਾਨੀ ਕਿ 에ਅਰ 'ਚ ਆ ਰਹੀ ਆ, ਠੀਕ ਆ। ਆ ਰੇ ਆਫ ਲਾਈਟ ਆਈ ਆ ਜਿਹੜੀ ਆਪਾਂ EF ਇੱਥੇ ਜਿਹੜੀ ਆ ਬਣਾਈ ਆ ਕੇ ਆ ਬਾਉਂਡਰੀ ਜਿਹੜੀ ਹੈਗੀ AB ਇਹਦੇ ਉੱਤੇ ਪੁਆਇੰਟ O ਤੇ ਆ ਕੇ ਸਟ੍ਰਾਈਕ ਕਰਦੀ ਹੈ, ਠੀਕ ਹੈ। ਰੇ ਆਫ ਲਾਈਟ ਟਰੈਵਲਿੰਗ ਇਨ ਮੀਡੀਅਮ 1 ਅਲੋਂਗ EF ਸਟ੍ਰਾਈਕ ਦ ਬਾਉਂਡਰੀ AB ਐਟ ਪੁਆਇੰਟ O। ਤੇ ਅੱਗੋਂ ਕੀ ਹੁੰਦਾ ਵੀ ਆ ਮੀਡੀਅਮ 2 ਦੇ ਵਿੱਚ ਯਾਨੀ ਕਿ ਗਲਾਸ ਦੇ ਵਿੱਚ ਲਾਈਟ ਜਿਹੜੀ ਆ ਉਹ ਲਾਈਨ OG ਤੇ ਨਹੀਂ ਚੱਲਦੀ। ਹੁਣ ਆ ਦੇਖੋ ਇੱਧਰ ਆ O ਤੋਂ ਆ ਡਾਟਡ ਲਾਈਨ ਆਪਾਂ ਬਣਾਈ ਹੋਈ ਨਾ ਆ G ਤੱਕ। ਸੋ ਇਹ ਜਿਹੜੀ ਲਾਈਟ ਆ ਇਹਨੇ ਜਾਣਾ ਤੇ ਸੀਗਾ OG ਵੱਲ ਨੂੰ, ਲੇਕਿਨ ਜਦੋਂ ਮੀਡੀਅਮ ਚੇਂਜ ਹੋਇਆ ਤਾਂ ਇਹ OG ਵੱਲ ਨੂੰ ਜਾਣ ਦੀ ਬਜਾਏ OH ਵੱਲ ਨੂੰ ਚਲੀ ਗਈ, ਯਾਨੀ ਕਿ ਇਹਨੇ ਆਪਣਾ ਰਸਤਾ ਬਦਲ ਲਿਆ, ਠੀਕ ਹੈ। ਇਹ ਕਿੱਧਰ ਨੂੰ ਬੈਂਡ ਕਰ ਗਈ, ਆ ਹੈਗਾ O ਪੁਆਇੰਟ ਦੇ ਉੱਤੇ ਨਾਰਮਲ, ਠੀਕ ਹੈ, ਯਾਨੀ ਕਿ ਜਿਹਨੂੰ ਆਪਾਂ ਲੰਬ ਕਹਿ ਦਿੰਦੇ ਆ। ਇਸ ਲੰਬ ਦਾ ਉੱਪਰ ਵਾਲਾ ਪੁਆਇੰਟ ਆਪਾਂ N ਕਹਿਤਾ, ਫਿਰ ਆ O ਤੇ ਆ ਥੱਲੇ ਵੱਲ ਨੂੰ N' ਯਾਨੀ ਕਿ NON' ਇਹ ਹੋ ਗਿਆ ਲੰਬ ਜਾਂ ਪਰਪੈਂਡੀਕੂਲਰ ਟੂ ਦਾ ਪੁਆਇੰਟ ਆਫ ਇਨਸੀਡੈਂਸ O, ਠੀਕ ਆ। ਹੁਣ ਇਸ ਪਰਪੈਂਡੀਕੂਲਰ ਤੋਂ ਆ ਹੈਗਾ ਐਂਗਲ ਆਫ ਰਿਫਰੈਕਸ਼ਨ। ਸੋ ਇਸ ਨਾਰਮਲ ਦੇ ਨਾਲ ਅਗਰ ਆਪਾਂ ਕੰਪੇਅਰ ਕਰੀਏ ਤੇ ਲਾਈਟ OG ਵੱਲ ਨੂੰ ਜਾਣ ਦੀ ਬਜਾਏ ਜੇ OH ਵੱਲ ਨੂੰ ਆਈ ਆ, ਇਹਦਾ ਮਤਲਬ ਇਹ ਟੁਵਰਡਸ ਦ ਨਾਰਮਲ ਬੈਂਡ ਕਰ ਗਈ ਆ, ਠੀਕ ਹੈ ਨਾ, ਨਾਰਮਲ ਵੱਲ ਨੂੰ ਬੈਂਡ ਕਰ ਗਈ ਆ। ਦ ਇਨਸੀਡੈਂਟ ਰੇ ਬੈਂਡਸ ਟੁਵਰਡਸ ਨਾਰਮਲ NON' ਔਨ AB ਐਂਡ ਗੋਜ਼ ਅਲੋਂਗ OH, ਚਲੀ ਗਈ ਨਾ OH ਵੱਲ, ਠੀਕ ਹੈ। ਸੋ ਆ ਜਿਹੜਾ ਚੇਂਜ ਇਨ ਦਾ ਪਾਥ ਆਫ ਲਾਈਟ ਜਾਂ ਬੈਂਡਿੰਗ ਆਫ ਲਾਈਟ ਹੋਈ ਆ ਐਟ ਪੁਆਇੰਟ O, ਠੀਕ ਹੈ, ਇਹਨੂੰ ਹੀ ਅਸੀਂ ਰਿਫਰੈਕਸ਼ਨ ਕਹਿੰਦੇ ਆ। ਸੋ ਚੇਂਜ ਇਨ ਦਾ ਪਾਥ ਆਫ ਲਾਈਟ ਔਰ ਬੈਂਡਿੰਗ ਆਫ ਲਾਈਟ ਅਕਰਸ ਐਟ ਪੁਆਇੰਟ O, ਠੀਕ ਹੈ ਜੀ। ਲੇਕਿਨ ਕਦੋਂ ਹੋਣੀ ਆ ਰਿਫਰੈਕਸ਼ਨ, ਜਦੋਂ ਮੀਡੀਅਮ ਚੇਂਜ ਹੁੰਦਾ, ਮੀਡੀਅਮ 1 to 2 ਜਾਂ ਕੋਈ ਵੀ ਮੀਡੀਅਮ ਹੋਵੇ, ਜਦੋਂ ਮੀਡੀਅਮ ਚੇਂਜ ਹੋਣਾ ਉਦੋਂ ਹੀ ਰਿਫਰੈਕਸ਼ਨ ਹੋਣੀ ਆ। ਸੋ ਥੋੜੀ ਹੋਰ ਡਿਟੇਲਿੰਗ ਡਿਸਕਸ ਕਰਦੇ ਹਾਂ ਇਸ ਡਾਇਗਰਾਮ ਦੀ। ਸੋ ਇਹਦੇ 'ਚ ਕੀ ਆ ਵੀ EF ਕੀ ਆ, ਇਨਸੀਡੈਂਟ ਰੇ ਆ, ਯਾਨੀ ਕਿ ਆ ਪ੍ਰਕਾਸ਼ ਦੀ ਆਪਤਿਤ ਕਿਰਨ ਆ ਜਿਹੜੀ ਕਿ ਆ ਰਹੀ ਆ ਇਸ ਗਲਾਸ ਸਲੈਬ ਵੱਲ ਨੂੰ। ਮੀਡੀਅਮ 1 에ਅਰ, ਮੀਡੀਅਮ 2 ਗਲਾਸ, ਤੇ ਇਹਨਾਂ ਦੇ ਵਿਚਕਾਰ ਜਿਹੜੀ ਬਾਉਂਡਰੀ ਆ ਸੈਪਰੇਸ਼ਨ ਦੀ ਉਹ ਕੀ AB। ਸੋ EF ਇਨਸੀਡੈਂਟ ਰੇ ਆ ਕੇ ਕਿੱਥੇ ਟਕਰਾਈ, O ਤੇ ਟਕਰਾਈ। O ਕੀ ਆ, ਉਹ ਹੈਗਾ ਪੁਆਇੰਟ ਆਫ ਇਨਸੀਡੈਂਸ, ਠੀਕ ਹੈ। ਔਰ ਪੁਆਇੰਟ ਆਫ ਇਨਸੀਡੈਂਸ ਦੇ ਉੱਤੇ ਹੀ ਪ੍ਰਕਾਸ਼ ਦਾ ਅਪਵਰਤਨ ਹੁੰਦਾ, ਯਾਨੀ ਕਿ ਰਿਫਰੈਕਸ਼ਨ ਇੱਥੇ ਹੀ ਹੁੰਦੀ ਹੈ। ਹੁਣ OH ਕੀ ਆ, OH ਹੈਗੀ ਆ ਰਿਫਰੈਕਟਡ ਕਿਰਨ, ਠੀਕ ਹੈ ਨਾ, ਯਾਨੀ ਕਿ ਰਿਫਰੈਕਸ਼ਨ ਤੋਂ ਬਾਅਦ ਦੀ ਕਿਰਨ OH ਆ। ਜਿਹੜਾ NON' ਆ ਉਹ ਕੀ ਆ, ਨਾਰਮਲ ਟੂ ਦਾ AB। ਹੁਣ ਆਪਾਂ ਗੱਲ ਕਰੀਏ ਐਂਗਲ ਆਫ ਇਨਸੀਡੈਂਸ ਦੀ। ਐਂਗਲ ਆਫ ਇਨਸੀਡੈਂਸ ਆਪਾਂ ਕਿੱਦਾਂ ਲਵਾਂਗੇ, ਆ ਦੇਖੋ ਆ ਜਿਹੜੀ ਇਨਸੀਡੈਂਟ ਰੇ ਆ ਰਹੀ ਆ ਇਸ ਪੁਆਇੰਟ O ਯਾਨੀ ਕਿ ਪੁਆਇੰਟ ਆਫ ਇਨਸੀਡੈਂਸ ਦੇ ਉੱਪਰ ਇਸ ਨਾਰਮਲ ਦੇ ਨਾਲ ਇੱਕ ਐਂਗਲ ਬਣਾ ਰਹੀ ਆ ਐਂਗਲ ਕੀ ਆ, ਐਂਗਲ I ਯਾਨੀ ਕਿ ਐਂਗਲ ਆਫ ਇਨਸੀਡੈਂਸ, ਠੀਕ ਹੈ ਜੀ। ਆ ਹੋ ਗਿਆ ਐਂਗਲ ਆਫ ਇਨਸੀਡੈਂਸ। ਆਹੀ ਉਹ ਨਾਰਮਲ ਜਿਹੜਾ ਹੈਗਾ ਜਦੋਂ ਮੀਡੀਅਮ ਚੇਂਜ ਹੋ ਗਿਆ, ਆਪਾਂ ਪੁਆਇੰਟ O ਤੋਂ ਥੱਲੇ ਵੱਲ ਨੂੰ ਇਹਨੂੰ ਐਕਸਟੈਂਡ ਕੀਤਾ N' ਤੱਕ। OH ਕੀ ਆ, ਇਹ ਰਿਫਰੈਕਟਡ ਰੇ ਆ। ਸੋ ਇਹ ਜਿਹੜੀ ਰਿਫਰੈਕਟਡ ਰੇ ਆ OH, ਇਹ ਜਿਹੜਾ ਇਸ ਨਾਰਮਲ ਦੇ ਨਾਲ ਯਾਨੀ ਕਿ NON' ਨਾਰਮਲ ਆ, ਇਹਦੇ ਨਾਲ ਇੱਥੇ ਜਿਹੜਾ ਐਂਗਲ ਬਣਾ ਰਹੀ ਹੈ ਹਨਾ, ਉਹ ਕੀ ਆ, ਐਂਗਲ HON', ਇਹ ਹੈਗਾ ਐਂਗਲ R ਯਾਨੀ ਕਿ ਐਂਗਲ ਆਫ ਰਿਫਰੈਕਸ਼ਨ। ਸੋ ਇਸ ਨਾਰਮਲ ਦੇ ਨਾਲ ਜਿਹੜੀ ਇਨਸੀਡੈਂਟ ਰੇ ਆਫ ਲਾਈਟ ਆ ਉਹ ਐਂਗਲ ਜਿਹੜਾ ਬਣਾ ਰਹੀ ਆ ਉਹ ਐਂਗਲ ਆਫ ਇਨਸੀਡੈਂਸ ਹੈ, ਤੇ ਇਸੇ ਨਾਰਮਲ ਦੇ ਨਾਲ ਜਿਹੜੀ ਰਿਫਰੈਕਟਡ ਰੇ ਆ ਉਹ ਜਿਹੜਾ ਐਂਗਲ ਬਣਾ ਰਹੀ ਆ ਉਹ ਐਂਗਲ ਆਫ ਰਿਫਰੈਕਸ਼ਨ ਹੈ, ਐਂਗਲ I ਐਂਡ ਐਂਗਲ R। ਹੁਣ ਦੇਖੋ ਜੇ ਆਪਾਂ ਰਿਫਲੈਕਸ਼ਨ ਦੀ ਗੱਲ ਕਰੀਏ ਹਨਾ, ਆਪਾਂ ਲਾਅ ਆਫ ਰਿਫਲੈਕਸ਼ਨ ਪੜ੍ਹੇ ਨੇ, ਆਪਾਂ ਉੱਥੇ ਕਿਹਾ ਸੀਗਾ ਕਿ ਐਂਗਲ ਆਫ ਇਨਸੀਡੈਂਸ ਇਜ਼ ਇਕੁਅਲ ਟੂ ਦ ਐਂਗਲ ਆਫ ਰਿਫਲੈਕਸ਼ਨ। ਬਟ
ਰਿਫਰੈਕਸ਼ਨ ਦੇ ਕੇਸ 'ਚ ਇਦਾਂ ਨਹੀਂ ਹੁੰਦਾ। ਰਿਫਰੈਕਸ਼ਨ ਦੇ ਕੇਸ 'ਚ ਐਂਗਲ ਆਫ ਰਿਫਰੈਕਸ਼ਨ ਕਦੀ ਵੀ ਐਂਗਲ ਆਫ ਇਨਸੀਡੈਂਸ ਦੇ ਬਰਾਬਰ ਨਹੀਂ ਹੁੰਦਾ। ਜਾਂ ਤਾਂ ਇਹ ਜਿਹੜਾ ਐਂਗਲ ਆਫ ਰਿਫਰੈਕਸ਼ਨ ਆ ਇਹ ਐਂਗਲ ਆਫ ਇਨਸੀਡੈਂਸ ਤੋਂ ਜ਼ਿਆਦਾ ਹੋਊਗਾ, ਲਾਰਜਰ ਹੋਊਗਾ, ਜਾਂ ਛੋਟਾ ਹੋਊਗਾ, ਸਮੋਲਰ ਹੋਊਗਾ। ਹੁਣ ਇਹ ਕਿੱਦਾਂ ਹੋਊਗਾ, ਦੇਖੋ ਸਮੋਲਰ ਐਂਗਲ ਆਫ ਰਿਫਰੈਕਸ਼ਨ ਦਾ ਮਤਲਬ ਹੈਗਾ ਵੀ ਜਿਹੜੀ ਰੇ ਆਫ ਲਾਈਟ ਹੈ ਉਹ ਨਾਰਮਲ ਵੱਲ ਨੂੰ ਬੈਂਡ ਕਰੂਗੀ ਔਨ ਚੇਂਜਿੰਗ ਦਾ ਮੀਡੀਅਮ। ਹੁਣ ਆਹ ਦੇਖੋ, ਆਹ ਹੈਗਾ ਓ ਜੀ। ਜੇ ਆਪਾਂ ਕਹਿ ਦਈਏ ਵੀ ਜੇ ਲਾਈਟ ਨਾ ਰਿਫਰੈਕਟ ਹੁੰਦੀ ਤਾਂ ਇਹ ਓ ਜੀ ਵੱਲ ਨੂੰ ਜਾਂਦੀ, ਲੇਕਿਨ ਜਦੋਂ ਇਹ ਓ ਐਚ ਨੂੰ ਚਲੀ ਗਈ ਆ ਤੇ ਯਾਨੀ ਕਿ ਟੁਵਰਡਸ ਦਾ ਨਾਰਮਲ ਬੈਂਡ ਕਰ ਗਈ ਹੈ ਤੇ ਐਂਗਲ ਆਫ ਰਿਫਰੈਕਸ਼ਨ ਸਮਾਲ ਹੋ ਗਿਆ। ਲੇਕਿਨ ਆ ਜ਼ਰੂਰੀ ਨਹੀਂ ਵੀ ਐ ਨੂੰ ਹੀ ਹੋਣੀ ਹੈ ਲਾਈਟ, ਇਹ ਲਾਈਟ ਐ ਨੂੰ ਵੀ ਜਾ ਸਕਦੀ ਸੀ ਡਿਪੈਂਡਿੰਗ ਅਪਨ ਦਾ ਮੀਡੀਅਮ। ਤੇ ਜੇ ਐ ਨੂੰ ਚਲੇ ਜਾਵੇ ਤੇ ਕੀ ਹੋ ਜਾਊਗਾ, ਆ ਜਿਹੜਾ ਐਂਗਲ ਆਫ ਰਿਫਰੈਕਸ਼ਨ ਆ ਉਹ ਵੱਧ ਜਾਊਗਾ, ਠੀਕ ਹੈ ਨਾ। ਸੋ ਲਾਰਜਰ ਐਂਗਲ ਜਿਹੜਾ ਹੈਗਾ ਉਹ ਕੀ ਇੰਡੀਕੇਟ ਕਰਦਾ ਵੀ ਜਿਹੜੀ ਰੇ ਆਫ ਲਾਈਟ ਆ ਜਾਂ ਪ੍ਰਕਾਸ਼ ਦੀ ਕਿਰਨ ਆ ਉਹ ਨਾਰਮਲ ਤੋਂ ਅਵੇ ਵੱਲ ਨੂੰ, ਦੂਰ ਵੱਲ ਨੂੰ ਬੈਂਡ ਕਰ ਗਈ ਹੈ ਔਨ ਚੇਂਜ ਆਫ ਮੀਡੀਅਮ। ਸੋ ਇਦਾਂ ਐਂਗਲ ਆਫ ਰਿਫਰੈਕਸ਼ਨ ਜਿਹੜਾ ਵੱਧ ਜਾਂ ਘੱਟ ਹੋ ਸਕਦਾ। ਜੇ ਟੁਵਰਡਸ ਦਾ ਨਾਰਮਲ ਬੈਂਡ ਕੀਤਾ ਤੇ ਐਂਗਲ ਆਫ ਰਿਫਰੈਕਸ਼ਨ ਛੋਟਾ ਹੋ ਜਾਊਗਾ, ਜੇ ਅਵੇ ਫਰੋਮ ਨਾਰਮਲ ਬੈਂਡ ਕੀਤਾ ਤਾਂ ਐਂਗਲ ਆਫ ਰਿਫਰੈਕਸ਼ਨ ਵੱਡਾ ਹੋ ਜਾਊਗਾ। ਹੁਣ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ ਜਿਹੜਾ ਇਹ ਪ੍ਰਕਾਸ਼ ਦਾ ਅਪਵਰਤਨ ਹੈ ਜਾਂ ਰਿਫਰੈਕਸ਼ਨ ਆਫ ਲਾਈਟ ਹੈ ਇਹ ਕਿਉਂ ਹੁੰਦੀ ਹੈ। ਇਹ ਲਾਈਟ ਦੀ ਜਿਹੜੀ ਸਪੀਡ ਹੁੰਦੀ ਹੈ ਡਿਫਰੈਂਟ ਮੀਡੀਅਮ ਦੇ ਵਿੱਚ ਡਿਫਰੈਂਟ ਹੁੰਦੀ ਹੈ। ਸੋ ਆਈਓ ਜਿਹੜਾ ਕਾਰਨ ਹੈ ਰਿਫਰੈਕਸ਼ਨ ਦਾ। ਸੋ ਲਾਈਟ ਟਰੈਵਲਸ ਵਿਦ ਡਿਫਰੈਂਟ ਸਪੀਡਸ ਇਨ ਡਿਫਰੈਂਟ ਮੀਡੀਆ, ਦਿਸ ਇਜ਼ ਦਾ ਕਾਜ਼ ਆਫ ਰਿਫਰੈਕਸ਼ਨ ਆਫ ਲਾਈਟ। ਲੇਕਿਨ ਜਿੱਦਾਂ ਹੀ ਹੁਣੇ ਆਪਾਂ ਗੱਲ ਕੀਤੀ ਸੀਗੀ ਵੀ ਇਹ ਜਿਹੜੀ ਰਿਫਰੈਕਸ਼ਨ ਹੋਣੀ ਹੈ ਲਾਈਟ ਦੀ, ਉਹ ਜਿਹੜੀ ਰਿਫਰੈਕਟਿਡ ਰੇ ਹੈ ਉਹ ਟੁਵਰਡਸ ਦਾ ਨਾਰਮਲ ਬੈਂਡ ਕਰੂਗੀ ਕਿ ਅਵੇ ਫਰੋਮ ਨਾਰਮਲ ਬੈਂਡ ਕਰੂਗੀ। ਇਹ ਡਿਪੈਂਡ ਕਰਦਾ ਵੀ ਜਿਹੜਾ ਮੀਡੀਅਮ ਚੇਂਜ ਹੋ ਰਿਹਾ ਉਹ ਰੇਅਰ ਟੂ ਡੈਂਸਰ ਮੀਡੀਅਮ ਆ ਕਿ ਡੈਂਸਰ ਟੂ ਰੇਅਰ ਮੀਡੀਅਮ ਆ, ਯਾਨੀ ਕਿ ਜ਼ਿਆਦਾ ਘਣਤਾ ਵਾਲਾ ਮੀਡੀਅਮ ਹੈ ਕਿ ਘੱਟ ਘਣਤਾ ਵਾਲਾ ਮੀਡੀਅਮ ਹੈ। ਜੇ ਘੱਟ ਘਣਤਾ ਵਾਲੇ ਮੀਡੀਅਮ ਤੋਂ ਜ਼ਿਆਦਾ ਘਣਤਾ ਵਾਲੇ ਮੀਡੀਅਮ ਦੇ ਵਿੱਚ ਲਾਈਟ ਜਿਹੜੀ ਆ ਉਹ ਐਂਟਰ ਕਰੇ ਤਾਂ ਕੀ ਹੁੰਦਾ ਵੀ ਜਿਹੜੀ ਰੇ ਆਫ ਲਾਈਟ ਆ ਉਹ ਟੁਵਰਡਸ ਦਾ ਨਾਰਮਲ ਯਾਨੀ ਕਿ ਨਾਰਮਲ ਵੱਲ ਨੂੰ ਬੈਂਡ ਕਰੂਗੀ। ਤੇ ਜੇ ਜਿਹੜੀ ਲਾਈਟ ਆ ਉਹ ਜ਼ਿਆਦਾ ਘਣਤਾ ਵਾਲੇ ਮੀਡੀਅਮ ਤੋਂ ਘੱਟ ਘਣਤਾ ਵਾਲੇ ਮੀਡੀਅਮ 'ਚ, ਯਾਨੀ ਕਿ ਆਪਟੀਕਲ ਡੈਂਸਿਟੀ ਜਿਹਦੀ ਜ਼ਿਆਦਾ ਵਾ ਉਹਦੇ ਨਾਲੋਂ ਆਪਟੀਕਲ ਡੈਂਸਿਟੀ ਜਿਹਦੀ ਘੱਟ ਆ ਉਸ ਮੀਡੀਅਮ 'ਚ ਜਾਵੇ ਤਾਂ ਜਿਹੜੀ ਲਾਈਟ ਹੈਗੀ ਆ ਉਹ ਨਾਰਮਲ ਤੋਂ ਦੂਰ ਵੱਲ ਨੂੰ ਅਵੇ ਫਰੋਮ ਨਾਰਮਲ ਬੈਂਡ ਕਰੂਗੀ। ਸੋ ਇੱਥੇ ਆਪਾਂ ਡੈਂਸਿਟੀ ਕਾਹਦੀ ਲੈਂਦੇ ਪਏ ਹਾਂ, ਅਸੀਂ ਆਪਟੀਕਲ ਡੈਂਸਿਟੀ ਲੈਂਦੇ ਪਏ ਹਾਂ। ਲੇਕਿਨ ਗੱਲ ਇੱਦਾਂ ਨਹੀਂ ਬਣਦੀ, ਡਾਇਗਰਾਮ ਨਾਲ ਹੀ ਗੱਲ ਬਣਦੀ। ਇਹਦੀ ਵੀ ਡਾਇਗਰਾਮ ਬਣਾ ਕੇ ਵੇਖਦੇ ਹਾਂ। ਹੁਣ ਆ ਆਪਣੇ ਕੋਲ ਡਾਇਗਰਾਮ ਆ ਗਈ, ਠੀਕ ਹੈ। ਆਪਣੇ ਕੋਲ ਦੋ ਮੀਡੀਅਮ ਆ ਗਏ, ਮੀਡੀਅਮ 1 ਮੀਡੀਅਮ 2, ਠੀਕ ਹੈ। ਦੋਨੋਂ ਪਾਸੇ ਦੋ ਡਾਇਗਰਾਮਸ ਆਪਾਂ ਲਈਆਂ, ਇਹਦੇ 'ਚ ਵੀ ਮੀਡੀਅਮ 1 ਮੀਡੀਅਮ 2। ਇਹਨਾਂ ਦੇ ਵਿਚਕਾਰ ਜਿਹੜੀ ਲਾਈਨ ਆਫ ਸੈਪਰੇਸ਼ਨ ਹੈ ਜਾਂ ਬਾਉਂਡਰੀ ਬਿਟਵੀਨ ਦਾ ਟੂ ਮੀਡੀਆ ਉਹ ਕੀ ਆ, ਆਹ ਵਾਲੀ ਲਾਈਨ ਆ। ਇੱਦਾਂ ਕਰਦੇ ਇਹਨੂੰ ਅਸੀਂ AB ਮਾਰਕ ਕਰ ਲੈਂਦੇ ਹਾਂ। ਸੋ ਆ ਹੋ ਗਈ ਬਾਉਂਡਰੀ, ਠੀਕ ਹੈ। A ਤੇ B ਦੋ ਮੀਡੀਅਮ ਦੇ ਵਿਚਕਾਰ ਦੀ ਬਾਉਂਡਰੀ, ਇੱਧਰ ਵੀ ਆਪਾਂ A ਤੇ B ਜਿਹੜਾ ਉਹ ਲਿਖ ਲੈਂਦੇ ਆ, ਠੀਕ ਆ। ਆ ਹੈਗੀ ਆ ਇਨਸੀਡੈਂਟ ਰੇ ਆਫ ਲਾਈਟ, ਦੋਨੋਂ ਪਾਸੇ ਆ ਰਹੀ ਹੈ। ਇਹਨੂੰ ਆਪਾਂ ਸਪੋਜ਼ ਕਰ ਲੈਂਦੇ ਆ ਵੀ ਇਹ ਹੋ ਗਈ C ਪੁਆਇੰਟ, ਠੀਕ ਹੈ। ਆ ਹੋ ਗਿਆ ਜੀ ਪੁਆਇੰਟ O, ਤੇ ਇਹ ਆਪਾਂ ਜੇ ਨਾ ਰਿਫਰੈਕਟ ਕਰੇ ਲਾਈਟ ਤਾਂ ਇਹਨੇ ਜਾਣਾ ਸੀ ਇੱਥੇ ਪੁਆਇੰਟ D ਵੱਲ, ਠੀਕ ਆ। ਸੋ ਇਹ ਵਾਲੀ ਡਾਇਗਰਾਮ ਜਿਹੜੀ ਇਹਦੇ 'ਚ ਵੀ ਆਪਾਂ ਇੱਦਾਂ ਹੀ ਲਿਖ ਲੈਂਦੇ ਆ ਸਾਰੇ ਪੁਆਇੰਟਸ। ਉਹ ਕੀ ਹੁੰਦਾ, ਉਹ ਵਾਲਾ ਪੁਆਇੰਟ ਹੁੰਦਾ ਜਿਹਦੇ ਤੇ ਕੀ ਲਾਈਟ ਜਿਹੜੀ ਆ ਉਹ ਇਨਸੀਡੈਂਟ ਹੁੰਦੀ ਆ। ਹੁਣ ਆਪਾਂ ਦੇਖਦੇ ਹਾਂ ਵੀ ਆ ਜਿਹੜੇ ਦੋ ਮੀਡੀਅਮ ਨੇ, ਮੀਡੀਅਮ 1 ਤੇ ਮੀਡੀਅਮ 2, ਇਹਨਾਂ ਦੀ ਆਪਟੀਕਲ ਡੈਂਸਿਟੀ 'ਚ ਕੀ ਫਰਕ ਆ। ਆਪਾਂ ਸਪੋਜ਼ ਕਰ ਲੈਂਦੇ ਆ ਵੀ ਆ ਜਿਹੜਾ ਮੀਡੀਅਮ 1 ਆ, ਠੀਕ ਆ, ਇਹ ਘੱਟ ਆਪਟੀਕਲ ਡੈਂਸਿਟੀ ਵਾਲਾ ਵਾ, ਯਾਨੀ ਕਿ ਘੱਟ ਘਣਤਾ ਵਾਲਾ, ਯਾਨੀ ਕਿ ਇਸ ਮੀਡੀਅਮ ਦੀ ਆਪਟੀਕਲ ਡੈਂਸਿਟੀ ਜਿਹੜੀ ਆ ਉਹ ਲੈਸ ਆ ਮੰਨ ਲਓ, ਠੀਕ ਹੈ। ਤੇ ਇੱਧਰ ਮੀਡੀਅਮ 2 ਦੀ ਆਪਾਂ ਮੰਨ ਲੈਂਦੇ ਕਿ ਆਪਟੀਕਲ ਡੈਂਸਿਟੀ ਜਿਹੜੀ ਆ ਮੋਰ ਆ, ਘਣਤਾ ਜ਼ਿਆਦਾ। ਸੋ ਜਦੋਂ ਜਿਹੜੀ ਲਾਈਟ ਆ ਉਹ ਇੱਥੇ ਘੱਟ ਘਣਤਾ ਵਾਲੇ ਮੀਡੀਅਮ ਤੋਂ ਜ਼ਿਆਦਾ ਘਣਤਾ ਵਾਲੇ ਮੀਡੀਅਮ 'ਚ ਆਉਂਦੀ ਆ ਤਾਂ ਉਹ ਜਿਹੜੀ ਆ ਟੁਵਰਡਸ ਦਾ ਨਾਰਮਲ ਬੈਂਡ ਕਰ ਜਾਂਦੀ ਆ। ਹੁਣ ਨਾਰਮਲ ਇੱਥੇ ਕੀ ਆ, ਆ ਹੈਗਾ N, ਉਹ ਤੇ ਥੱਲੇ ਵਾਲੇ ਪਾਸੇ ਇਹਨੂੰ ਐਕਸਟੈਂਡ ਕਰਕੇ ਆਪਾਂ ਇੱਥੇ ਇਹਨੂੰ N ਡੈਸ਼ ਕਹਿ ਦਿੰਦੇ। ਇੱਦਾਂ ਹੀ ਇੱਧਰ ਵੀ NON ਇਹ ਹੋ ਗਿਆ ਨਾਰਮਲ। ਸੋ ਘੱਟ ਘਣਤਾ ਤੋਂ ਜ਼ਿਆਦਾ ਘਣਤਾ 'ਚ ਆਉਣ ਤੇ ਕੀ ਹੋ ਜਾਊਗਾ, ਇਹ ਜਿਹੜੀ ਲਾਈਟ ਰੇ ਹੈ OD ਵੱਲ ਨੂੰ ਜਾਣ ਦੀ ਬਜਾਏ ਟੁਵਰਡਸ ਦਾ ਨਾਰਮਲ ਆ ਜਾਊਗੀ, ਟੁਵਰਡਸ ਦਾ ਨਾਰਮਲ ਬੈਂਡ ਕਰ ਗਈ। ਐਂਗਲ ਆਫ ਰਿਫਰੈਕਸ਼ਨ ਇੱਥੇ ਕੀ ਹੋ ਜਾਊਗਾ, ਘਟ ਜਾਊਗਾ, ਠੀਕ ਹੈ। ਸੋ ਐਂਗਲ ਆਫ ਰਿਫਰੈਕਸ਼ਨ ਘਟ ਜਾਊਗਾ, ਲੈਸ ਹੋ ਜਾਊਗਾ। ਲੇਕਿਨ ਜੇ ਆਪਾਂ ਇਦਾਂ ਮੰਨ ਲਈਏ ਵੀ ਆ ਜਿਹੜਾ ਮੀਡੀਅਮ 1 ਆ ਇਹਦੇ 'ਚ ਆਪਟੀਕਲ ਡੈਂਸਿਟੀ ਜ਼ਿਆਦਾ, ਸੋ ਆਪਟੀਕਲ ਡੈਂਸਿਟੀ ਮੋਰ ਇਨ ਮੀਡੀਅਮ 1 ਐਂਡ ਲੈਸ ਆਪਟੀਕਲ ਡੈਂਸਿਟੀ ਇਨ ਮੀਡੀਅਮ 2। ਉਸ ਕੇਸ 'ਚ ਕੀ ਹੋ ਗਿਆ ਹੁਣ ਵੀ ਜ਼ਿਆਦਾ ਡੈਂਸ ਮੀਡੀਅਮ ਤੋਂ
घट डेंसिटी वाले मीडियम च लाइट आ रही है। ठीक है, सो आ सी पॉइंट तो लाइट आई, इस ओ पॉइंट के उत्ते इंसीडेंट हुई तो ओ डी वाल नूं जाण दी बजाए ये हुण अवे फ्रॉम नॉर्मल चली जाऊगी, यानी कि ये ऐ नूं चली गई। ठीक है जी, सो इत्थे की हो गया हुण एंगल ऑफ रिफ्रैक्शन जिहड़ा हैगा वो वध गया वा। ठीक है, सो ये हुण तुसीं याद रखना कि जदों भी जिहड़ी लाइट आ ਉਹ रेयर टू डेंजर मीडियम घट घनता तो ज़्यादा घनता वाले मीडियम च जाती है टुवर्ड्स द नॉर्मल बैंड करती, जिद्दां इधर नूं कर गई, इधर जाने की बजाय ऐ नूं आ गई, टुवर्ड्स द नॉर्मल आ गई। लेकिन जे जिहड़ी लाइट है डेंजर टू रेयर मीडियम जाऊगी तो किधर नूं शिफ्ट करूगी, अवे फ्रॉम नॉर्मल, यानी कि नॉर्मल तो दूर वाल नूं। आ हैगा नॉर्मल, सो नॉर्मल तो दूर वाल नूं बैंड कर जूगी। इसे करके ही रिफ्रैक्शन करके ही सानू जिद्दां आपां एक एक्टिविटी कीती है भी कॉइन जिहड़ा सीगा आपां सिक्का पाया पानी दा कॉलेज वो अपनी एक्चुअल पोजीशन तो हट के ते रेज्ड नज़र आंदा। इसे तरह ही पानी दे विच आपां अगर मछली दी गल करिए है ना, तो आ सपोज कर लो भी एक्चुअल पोजीशन है मछली दी, आ हो गया मीडियम 1 वाटर, आ हो गया मीडियम 2 एयर। सो ये तो आ लाइट रेज जिहड़ियां ने जा रही ने, आ जिहड़ी बाउंड्री है बिटवीन एयर एंड वाटर, इस बाउंड्री ते पहुंचण ते आ जिहड़ी लाइट रे है सीधी जाण दी बजाए की करदी आ बैंड कर जांदी आ। ठीक है, हुण आ जिहड़ी बैंड कीती ये रिफ्रैक्टिड रे ऑफ लाइट होगी, इहनूं आपां पिछे वल नूं प्रोजैक्ट करदे आ, ये जिथे मिलदी आ उत्थे सानूं मछली जिहड़ी आ वो नज़र आऊगी। सो एज एन ऑबजर्वर एक्चुअल पोजीशन मच्छी दी नहीं नज़र आऊगी, इत्थे क नज़र आऊगी अपनी एक्चुअल डैप्थ तो थोड़ी जिन्नी रेज्ड ते थोड़ी जिन्नी लेटरली डिसप्लेसड। सो कॉइन का केस होवे या मच्छी का केस होवे या फिर आपां कह दईए भी पेंसिल का केस आ, कोई भी आ, जो कोई चीज़ जिहड़ी आ पानी दे विच आ तां ओहदी सानूं एक्चुअल डैप्थ का फिर अंदाज़ा नहीं लगता बिकॉज ऑफ रिफ्रैक्शन और बैंडिंग ऑफ द रे ऑफ लाइट। रिफ्रैक्शन के कारण ही जिहड़ा सनसैट ते सनराइज है ना वो सानूं टाइम तो पहलां ते बाद चों दिखाई दिंदे। जिद्दां आपां सनराइज की गल करदे भी सूरज चढ़ना, तो सूरज जिहड़ा होराइजन तो उपर आऊगा तो तां ही चढ़ूगा ना, तो हुंदा कि भी हाले जिहड़ा सूरज आ वो होराइजन ते उपर आया नहीं हुंदा, सानूं 2 मिनट पहलां ही नज़र आना शुरू हो जाता। क्यों? क्योंकि जिहड़ी लाइट आ जिहड़ी सूरज तो आ रही आ वो कई तरह की जिहड़ी डेंसिटी वाले मीडियम ने उन्हां तो पास करती हुई आ रही है तो रिफ्रैक्ट होंदी जा रही है, इस करके 2 मिनट पहलां ही सनराइज सानूं दिखाई देन लग पैंदा। ते जदों सूरज ने डुबना उदों भी सूरज डुब जांदा, 2 मिनट तक सानूं उपर ही दिखाई दिंदा होराइजन ते। ठीक है, ये भी रिफ्रैक्शन करके ही है, क्योंकि वैक्यूम तो हवा च आना है ना, एटमोसफेयर च जो लाइट ने आना तो जिहड़ी हवा की डेंसिटी हुंदी आ वो चेंज करती रहती आ। सो जिद्दां जिद्दां हवा की डेंसिटी चेंज होंदी रहिंदी, लाइट रिफ्रैक्ट होंदी रहिंदी है, तो उहदे करके ये जिहड़ा हैगा डिफरेंस आ जांदा सनराइज ते सनसैट दे देखण दा। हुण जिहड़ा रिफ्रैक्शन ऑफ लाइट आ आपां उहदे च कह रहे भी लाइट जिहड़ी आ बैंड करदी, पर किन्ना क बैंड करूगी ये 2 चीज़ां ते डिपेंड करदा। पहली गल चेंज इन स्पीड ते डिपेंड करदा। ठीक है ना, भी 2 मीडियम ने, ठीक है, उन्हां दे विच अलग अलग स्पीड है लाइट दी, जे उन्हां दोनों मीडियम दे विच जिहड़ा स्पीड दा डिफरेंस आ वो ज़्यादा वा तो फिर रिफ्रैक्शन भी ज़्यादा होगी, तो जे जिहड़ा हैगा स्पीड का डिफरेंस घट आ तो फिर रिफ्रैक्शन भी घट होगी। जिद्दां सपोज कर लो भी एक हैगा मीडियम 1 ते एक हैगा मीडियम 2, इन्हां दोवां दे विच जे लाइट की जिहड़ी स्पीड आ उहदा डिफरेंस कोई बहुता नहीं हैगा। ठीक है ना, भी ज़्यादा डिफरेंस नहीं हैगा इन्हां दोवां दे विच स्पीड ऑफ लाइट का, तो उस केस च की आ भी रिफ्रैक्शन घट होगी। लेकिन सपोज कर लो भी अपने कोल एक मीडियम हैगा M2 ते दूजा हैगा M3, इन्हां दे विच जे सपोज कर लो बई ज़्यादा डिफरेंस हैगा, ठीक है ना, लार्ज स्पीड डिफरेंस हैगा, तो उहदे विच की होगा कि जिहड़ा एंगल ऑफ रिफ्रैक्शन हैगा ये भी ज़्यादा बदलूगा। इसे तरह ही एंगल ऑफ इंसीडेंट रे जिहड़ा उहदे ते भी डिपेंड करदा भी रिफ्रैक्शन किन्नी होगी। जिद्दां सपोज कर लो भी आ अपने कोल एक बाउंड्री होगी जिहड़ी कि मीडियम 1 नूं मीडियम 2 तो सैपरेट करदी पई आ, जे तो जिहड़ी लाइट रे आ वो बिल्कुल पैरलल यानी कि 90 डिग्री ते आवे तो फिर वो बैंड नहीं हुंदी, फिर इदां ही अगे चली जांदी आ। वो गल अलग आ बई स्पीड जिहड़ी है ना वो फर्क पऊगा, क्यों जे 2 जिहड़े मीडियम M1 M2 आ इन्हां दी ऑप्टिकल डेंसिटी अलग अलग है तो स्पीड जिहड़ी आ वो फिर चेंज हो जूगी, लेकिन कि फिर डायरैक्शन नहीं बदलदी। लेकिन जे आपां एंगल ऑफ इंसीडेंट रे की गल करिए तो 0 डिग्री तो जिद्दां जिद्दां एंगल वधूगा अमाउंट ऑफ रिफ्रैक्शन जिहड़ी आ वो भी ज़्यादा नोटिसेबल हो जाती है। कुछ एग्जाम्पल्स भी लै लैने रिफ्रैक्शन दियां
ਵੈਸੇ ਤਾਂ ਆਪਾਂ ਬਥੇਰੀਆਂ ਡਿਸਕਸ ਕਰ ਲਈਆਂ, ਜਰਾ ਕੁ ਰਿਵਾਈਜ਼ ਕਰ ਲੈਂਦੇ। ਜਿੱਦਾਂ ਪੈਨਸਲ ਆਪਾਂ ਪਾਣੀ ਦੇ ਵਿੱਚ ਇਮਰਸ ਕੀਤੀ ਸੀਗੀ, ਉਹ ਸਾਨੂੰ ਬੈਂਟ ਤੇ ਸ਼ੋਰਟ ਨਜ਼ਰ ਆਉਂਦੀ ਆ। ਇਸੇ ਤਰ੍ਹਾਂ ਹੀ ਕੋਈ ਕੋਇਨ ਆ, ਕੋਈ ਸਿੱਕਾ ਅਸੀਂ ਪਾਣੀ 'ਚ ਪਾਇਆ, ਉਹ ਵੀ ਸਾਨੂੰ ਸਲਾਈਟਲੀ ਰੇਜ਼ਡ ਤੇ ਆਪਣੀ ਐਕਚੁਅਲ ਪੋਜੀਸ਼ਨ ਤੋਂ ਥੋੜ੍ਹਾ ਜਿੰਨਾ ਡਿਸਪਲੇਸਡ ਨਜ਼ਰ ਆਉਂਦਾ। ਇਹ ਵੀ ਰਿਫਰੈਕਸ਼ਨ ਦੀ ਐਗਜ਼ਾਮਪਲ ਆ। ਜਾਂ ਕੋਈ ਵਾਟਰ ਟੈਂਕ ਆ, ਉਹਦਾ ਬਾਟਮ ਜਿਹੜਾ ਹੁੰਦਾ ਨਾ, ਉਹ ਵੀ ਸਾਨੂੰ ਥੋੜ੍ਹਾ ਜਿੰਨਾ ਰੇਜ਼ਡ ਤੇ ਕਨਕੇਵ ਸ਼ੇਪ ਦਾ ਨਜ਼ਰ ਆਉਂਦਾ। ਠੀਕ ਹੈ, ਪਾਣੀ ਦੇ ਵਿੱਚ ਜਿਹੜੀ ਮੱਛਲੀ ਆ, ਉਹ ਵੀ ਆਪਣੀ ਐਕਚੁਅਲ ਪੋਜੀਸ਼ਨ ਤੋਂ ਸਲਾਈਟਲੀ ਰੇਜ਼ਡ ਤੇ ਡਿਸਪਲੇਸਡ ਨਜ਼ਰ ਆਉਂਦੀ ਆ। ਇਸੇ ਤਰ੍ਹਾਂ ਜਿਹੜੇ ਸਟਾਰਸ ਹੁੰਦੇ ਨੇ, ਜਿਹੜੇ ਤਾਰੇ ਨੇ, ਇਹ ਵੀ ਆਪਣੀ ਐਕਚੁਅਲ ਪੋਜੀਸ਼ਨ ਤੋਂ ਸਲਾਈਟਲੀ ਹਾਇਰ ਨਜ਼ਰ ਆਉਂਦੇ ਨੇ ਬਿਕੋਜ਼ ਆਫ ਰਿਫਰੈਕਸ਼ਨ। ਤੇ ਜਿਹੜਾ ਸੂਰਜ ਆ, ਉਹ 2 ਮਿੰਟ ਪਹਿਲਾਂ ਹੀ ਸਨਰਾਈਜ਼ ਉਹਦਾ ਸਾਨੂੰ ਮਹਿਸੂਸ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਸਨਸੈਟ ਆ, ਉਹ 2 ਮਿੰਟ ਬਾਅਦ ਮਹਿਸੂਸ ਹੁੰਦਾ। ਸੋ ਟੋਟਲ ਦੇਖਿਆ ਜਾਵੇ ਤੇ ਦਿਨ ਵਿੱਚ 4 ਮਿੰਟ ਜਿਹੜਾ ਨਾ, ਉਹ ਜ਼ਿਆਦਾ ਸਨ ਸਾਨੂੰ ਨਜ਼ਰ ਆਉਂਦਾ ਬਿਕੋਜ਼ ਆਫ ਰਿਫਰੈਕਸ਼ਨ। ਜਿੱਦਾਂ ਆਪਾਂ ਲਾਜ਼ ਆਫ ਰਿਫਲੈਕਸ਼ਨ ਕੀਤੇ ਸੀ, ਉੱਦਾਂ ਹੀ ਆਪਾਂ ਹੁਣ ਲਾਜ਼ ਆਫ ਰਿਫਰੈਕਸ਼ਨ ਵੀ ਕਰਨੇ ਆ। ਠੀਕ ਹੈ, ਯਾਨੀ ਕਿ ਪ੍ਰਕਾਸ਼ ਦੇ ਅਪਵਰਤਨ ਦੇ ਨਿਯਮ ਕਿਹੜੇ ਨੇ। ਪਹਿਲਾ ਨਿਯਮ ਕੀ ਆ ਵੀ ਇਨਸੀਡੈਂਟ ਰੇ, ਰਿਫਰੈਕਟਿਡ ਰੇ ਐਂਡ ਨਾਰਮਲ to the interface of two transparent media at the point of incidence all lie in the same plane। ਯਾਨੀ ਕਿ ਇਨਸੀਡੈਂਟ ਰੇ, ਰਿਫਰੈਕਟਿਡ ਰੇ, ਨਾਰਮਲ ਸਾਰੇ ਇੱਕ ਹੀ ਪਲੇਨ ਵਿੱਚ ਹੁੰਦੇ ਨੇ। ਠੀਕ ਹੈ, ਦੂਜਾ ਕੀ ਹੈਗਾ ਵਾ ਪੁਆਇੰਟ ਇਹਦਾ, ਕਿ ਜਿਹੜੀ ਰੇਸ਼ੋ ਆਪਾਂ ਲੈਣੀ ਆ, ਕਾਹਦੀ ਰੇਸ਼ੋ ਲੈਣੀ ਆ ਵੀ ਜਿਹੜਾ ਐਂਗਲ ਆਫ ਇੰਸੀਡੈਂਸ ਆ ਉਹਦਾ ਸਾਈਨ ਤੇ ਜਿਹੜਾ ਐਂਗਲ ਆਫ ਰਿਫਰੈਕਸ਼ਨ ਆ ਉਹਦਾ ਸਾਈਨ, ਇਹ ਕਿਸੇ ਵੀ 2 ਮੀਡੀਆ ਦੇ ਲਈ, ਯਾਨੀ ਕਿ ਗਿਵਨ ਪੇਅਰ ਆਫ ਮੀਡੀਆ ਦੇ ਲਈ ਤੇ ਗਿਵਨ ਕਲਰ ਆਫ ਲਾਈਟ, ਜਾਂ ਆਪਾਂ ਕਹਿ ਦਈਏ ਕਿ ਕਿਸੇ ਲਾਈਟ ਦੀ ਕਿਸੇ ਪਰਟੀਕੂਲਰ ਵੇਵਲੈਂਥ ਦੇ ਲਈ ਕੌਨਸਟੈਂਟ ਹੁੰਦਾ। ਯਾਨੀ ਕਿ ਸਾਈਨ ਆਈ ਓਵਰ ਸਾਈਨ ਆਰ ਕੌਨਸਟੈਂਟ ਹੁੰਦਾ, ਬਸ਼ਰਤੇ ਵੀ ਜਿਹੜਾ ਮੀਡੀਆ ਵਾ, ਪੇਅਰ ਆਫ ਮੀਡੀਆ ਵਾ, ਉਹ ਫਿਕਸ ਹੋਵੇ ਤੇ ਲਾਈਟ ਦੀ ਜਿਹੜੀ ਵੇਵਲੈਂਥ ਆ ਉਹ ਵੀ ਫਿਕਸ ਹੋਵੇ। ਤਾਂ ਉਸ ਕੰਡੀਸ਼ਨ ਦੇ ਵਿੱਚ ਸਾਈਨ ਆਈ ਬਾਈ ਸਾਈਨ ਆਰ ਦੀ ਜਿਹੜੀ ਰੇਸ਼ੋ ਆ ਕੌਨਸਟੈਂਟ ਹੋਊਗੀ। ਲੇਕਿਨ ਸਭ ਤੋਂ ਵੱਡੀ ਸ਼ਰਤ ਇਹ ਆ ਵੀ ਐਂਗਲ ਆਫ ਇੰਸੀਡੈਂਸ ਕਿ 0 ਤੋਂ ਜ਼ਿਆਦਾ ਹੋਣਾ ਚਾਹੀਦਾ ਐਂਗਲ ਆਫ ਇੰਸੀਡੈਂਸ, ਤੇ 90 ਤੋਂ ਘੱਟ ਹੋਣਾ ਚਾਹੀਦਾ। So this is true if the angle of incidence is more than 0 degree and less than 90 degrees। ਚਲੋ ਇਹਨੂੰ ਪੰਜਾਬੀ 'ਚ ਵੀ ਦੇਖ ਲੈਂਦੇ ਆ। ਸੋ ਆਪਾਂ ਨੂੰ ਹੁਣ ਪ੍ਰਕਾਸ਼ ਦੇ ਅਪਵਰਤਨ ਬਾਰੇ ਪਤਾ ਲੱਗ ਗਿਆ। ਠੀਕ ਹੈ, ਜਦੋਂ ਵੀ ਜਿਹੜਾ ਪ੍ਰਕਾਸ਼ ਹੈ ਉਹ ਇੱਕ ਪਾਰਦਰਸ਼ੀ ਮਾਧਿਅਮ ਤੋਂ ਦੂਜੇ ਪਾਰਦਰਸ਼ੀ ਮਾਧਿਅਮ ਦੇ ਵਿੱਚ ਪ੍ਰਵੇਸ਼ ਕਰਦਾ, ਤਾਂ ਜਿਹੜਾ ਸਪੀਡ ਆਫ ਲਾਈਟ ਆ, ਯਾਨੀ ਕਿ ਪ੍ਰਕਾਸ਼ ਦੀ ਚਾਲ ਆ, ਉਹ ਪਰਿਵਰਤਨ ਹੋ ਜਾਂਦੀ। ਉਹਦੇ ਕਰਕੇ ਪ੍ਰਕਾਸ਼ ਦਾ ਅਪਵਰਤਨ ਹੁੰਦਾ। ਨਿਯਮ ਕੀ ਨੇ ਕਿ ਆਪਾਤੀ ਕਿਰਨ ਯਾਨੀ ਕਿ ਇਨਸੀਡੈਂਟ ਰੇ ਆਫ ਲਾਈਟ, ਅਪਵਰਤਿਤ ਕਿਰਨ ਯਾਨੀ ਕਿ ਰਿਫਰੈਕਟਿਡ ਰੇ, ਤੇ ਜਿਹੜਾ ਲੰਬ ਹੈ, ਲੰਬ ਕਿੱਥੇ ਆ, ਦੋਵੇਂ ਮਾਧਿਅਮਾਂ ਨੂੰ ਵੱਖ ਕਰਨ ਵਾਲੀ ਸਤ੍ਹਾ ਦੇ ਆਪਤਨ ਬਿੰਦੂ ਉੱਤੇ ਲੰਬ। ਸੋ ਆਪਾਤੀ ਕਿਰਨ, ਅਪਵਰਤਿਤ ਕਿਰਨ ਤੇ ਲੰਬ, ਇਹ ਸਾਰੇ ਇੱਕੋ ਹੀ ਪਲੇਨ 'ਚ ਜਾਂ ਇੱਕੋ ਹੀ ਤਲ ਵਿੱਚ ਹੁੰਦੇ ਹਨ। ਦੂਜਾ ਕੀ ਪੁਆਇੰਟ ਆ ਵੀ ਪ੍ਰਕਾਸ਼ ਕਿਸੇ ਨਿਸ਼ਚਿਤ ਰੰਗ ਯਾਨੀ ਕਿ ਵੇਵਲੈਂਥ ਆਫ ਲਾਈਟ ਵੀ ਆਪਾਂ ਕਹਿ ਸਕਦੇ ਆ, ਤੇ ਨਿਸ਼ਚਿਤ ਮਾਧਿਅਮ ਦੇ ਜੋੜੇ ਲਈ, ਠੀਕ ਹੈ, ਇੱਕ ਪੇਅਰ ਆਫ ਮੀਡੀਅਮ ਜਿਹੜਾ ਗਿਵਨ ਆ ਉਹਦੇ ਲਈ ਕੀ ਆ, ਆਪਾਤੀ ਕੋਣ ਦੇ ਸਾਈਨ ਤੇ ਅਪਵਰਤਨ ਕੋਣ ਦੇ ਸਾਈਨ ਦਾ ਅਨੁਪਾਤ ਸਥਿਰ ਹੁੰਦਾ। ਸੋ ਹੁਣ ਆ ਕਿੱਦਾਂ ਜਿਹੜੀ ਵੈਲਿਊ ਹੁੰਦੀ ਨਾ ਅਲੱਗ-ਅਲੱਗ ਮੀਡੀਅਮ ਦੇ ਵਿੱਚ ਇਹ ਬਦਲਦੀ ਆ, ਇਹ ਡਿਪੈਂਡ ਕਰਦਾ ਬਈ ਅਪਵਰਤਨ ਅੰਕ ਜਾਂ ਰਿਫਰੈਕਟਿਵ ਇੰਡੈਕਸ ਜਿਹੜੇ ਨੇ ਉਹ ਅਲੱਗ-ਅਲੱਗ ਮੀਡੀਅਮ ਦੇ ਕਿੰਨੇ ਹੁੰਦੇ ਨੇ। ਇਹਦਾ ਮਤਲਬ ਵੀ ਹੁਣ ਸਾਨੂੰ ਰਿਫਰੈਕਟਿਵ ਇੰਡੈਕਸ ਜਿਹੜੇ ਨੇ ਨਾ ਉਹ ਵੀ ਡਿਟੇਲ 'ਚ ਪੜ੍ਹਨੇ ਪੈਣੇ ਆ। ਤੇ ਇੱਦਾਂ ਕਰਦੇ ਆ ਵੀ ਅਗਲੀ ਵੀਡੀਓ 'ਚ ਹੁਣ ਆਪਾਂ ਕਰਦੇ ਆ ਰਿਫਰੈਕਟਿਵ ਇੰਡੈਕਸ। ਸੋ ਇਸ ਵੀਡੀਓ ਲਈ ਇੰਨਾ ਹੀ, ਅਗਲੀ ਵੀਡੀਓ 'ਚ ਮਿਲਾਂਗੇ ਤੇ ਰਿਫਰੈਕਟਿਵ ਇੰਡੈਕਸ ਡਿਟੇਲ 'ਚ ਡਿਸਕਸ ਕਰਾਂਗੇ। ਮੈਂ ਨਾਲ ਹੀ ਯਾਦ ਕਰਾ ਦਿਆਂ ਤੁਹਾਨੂੰ ਵੀ ਜੇ ਤੁਹਾਨੂੰ ਵੀਡੀਓ ਯੂਜ਼ਫੁਲ ਲੱਗੇ ਤਾਂ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ, ਤੇ ਇਸ ਚੈਪਟਰ ਦੇ ਜਿੰਨੇ ਵੀ ਵੀਡੀਓਜ਼ ਦੇ ਲਿੰਕਸ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ। ਆਪਣੀ ਚੋਇਸ ਦੀ ਵੀਡੀਓ ਦੇਖ ਸਕਦੇ ਹੋ ਤੁਸੀਂ। ਜੇ ਕੋਈ ਡਾਊਟ ਹੋਵੇ ਤਾਂ ਕਮੈਂਟ ਬਾਕਸ 'ਚ ਲਿਖ ਦਿਓ, ਕੋਈ ਨਾ ਆਪਾਂ ਸੋਲਵ ਕਰ ਲਾਂਗੇ, ਮਿਲ ਕੇ ਕਰਾਂਗੇ, ਪਰ ਚੰਗੀ ਤਰ੍ਹਾਂ ਸਮਝ ਕੇ ਕਰਾਂਗੇ, ਰੱਟਾ ਨਹੀਂ ਮਾਰਨਾ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੇ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ।